ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਅਸੀਂ ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ। ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ। ਪਿਛਲੇ ਲੈਕਚਰ ਦੇ ਵਿੱਚ ਅਸੀਂ ਸਮਾਜਿਕ ਪਰਿਵਰਤਨ ਦਾ ਅਰਥ ਅਤੇ ਪਰਿਭਾਸ਼ਾਵਾਂ ਸਮਝੀਆਂ ਸੀ। ਨੰਬਰ 1, ਪਹਿਲੀ ਵਿਸ਼ੇਸ਼ਤਾ ਕੀ ਹੈਗੀ ਹੈ? ਸਮਾਜਿਕ ਪਰਿਵਰਤਨ ਲਾਜ਼ਮੀ ਤੌਰ ਤੇ ਇੱਕ ਸਮੂਹਿਕ ਘਟਨਾ ਹੈ। ਸਮਾਜਿਕ ਪਰਿਵਰਤਨ ਲਾਜ਼ਮੀ ਤੌਰ ਤੇ ਇੱਕ ਸਮੂਹਿਕ ਘਟਨਾ ਹੈ। ਸਮੂਹਿਕ ਘਟਨਾ ਕਿਵੇਂ ਹੈ? ਸਮਾਜਿਕ ਪਰਿਵਰਤਨ ਲਾਜ਼ਮੀ ਤੌਰ ਤੇ ਸਮੂਹਿਕ ਘਟਨਾ ਹੈ ਕਿਉਂਕਿ ਇੱਕ ਸਮਾਜ ਜਾਂ ਸਮਾਜ ਵਿਸ਼ੇਸ਼ ਦੇ ਮੈਂਬਰਾਂ ਦੀ ਬਹੁਗਿਣਤੀ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਸਮਾਜ ਦੇ ਵੱਡੇ ਭਾਗ ਅਰਥਾਤ ਮੈਂਬਰਾਂ ਦੀ ਬਹੁਗਿਣਤੀ ਦੀਆਂ ਸਮਾਜਿਕ ਪਰਿਸਥਿਤੀਆਂ ਜੀਵਨ ਢੰਗਾਂ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਬੌਧਿਕ ਮਾਹੌਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹ ਸਮਾਜਿਕ ਪਰਿਵਰਤਨ ਦੀ ਇੱਕ ਮੌਲਿਕ ਅਤੇ ਸਪਸ਼ਟ ਸ਼ਰਤ ਹੈ। ਹੁਣ ਸਮਾਜਿਕ ਪਰਿਵਰਤਨ ਦੀ ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਸਮਾਜਿਕ ਪਰਿਵਰਤਨ ਇੱਕ ਸਮੂਹਿਕ ਘਟਨਾ ਹੈ। ਸਮੂਹਿਕ ਘਟਨਾ ਕਿਵੇਂ ਹੈ? ਜਦੋਂ ਉਹ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਤੇ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਆਉਣ ਨਾਲ ਹੀ ਸਮਾਜਿਕ ਪਰਿਵਰਤਨ ਆਉਂਦਾ ਹੈ। ਨੰਬਰ 2, ਸਮਾਜਿਕ ਪਰਿਵਰਤਨ ਸਿਰਜਣਾਤਮਕ ਪਰਿਵਰਤਨ ਹੋਣਾ ਚਾਹੀਦਾ ਹੈ। ਸਮਾਜਿਕ ਪਰਿਵਰਤਨ ਸਿਰਜਣਾਤਮਕ ਪਰਿਵਰਤਨ ਹੋਣ ਦੇ ਨਾਲ ਸਮਾਜਿਕ ਸੰਗਠਨ ਦੀ ਸੰਰਚਨਾ ਵਿੱਚ ਹੋਇਆ ਪਰਿਵਰਤਨ ਹੈ। ਉਸ ਨੂੰ ਅਸੀਂ ਸਮਾਜਿਕ ਪਰਿਵਰਤਨ ਕਹਿੰਦੇ ਹਾਂ, ਜੋ ਸਮਾਜਿਕ ਸੰਰਚਨਾ ਦੇ ਵਿੱਚ ਜਦੋਂ ਪਰਿਵਰਤਨ ਹੁੰਦਾ ਹੈ। ਸਮੁੱਚੇ ਤੌਰ ਤੇ ਸਮਾਜਿਕ ਸੰਗਠਨ ਜਾਂ ਇਸ ਦੇ ਕੁਝ ਭਾਗ ਵਿੱਚ ਹੋਏ ਸੁਧਾਰ ਨੂੰ ਵੇਖਣਾ ਜਾਂ ਪਰਖਣਾ ਸੰਭਵ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਸਮਾਜਿਕ ਪਰਿਵਰਤਨਾਂ ਦੀ ਚਰਚਾ ਕਰਦਿਆਂ ਉਹਨਾਂ ਸੰਰਚਨਾਤਮਕ ਅਤੇ ਸੱਭਿਆਚਾਰਿਕ ਤੱਥਾਂ ਨੂੰ ਸਪਸ਼ਟ ਤੌਰ ਤੇ ਦੱਸ ਸਕੀਏ ਜਿਨ੍ਹਾਂ ਵਿੱਚ ਪਰਿਵਰਤਨ ਹੋਇਆ ਹੈ ਅਤੇ ਕੁਝ ਸੁਨਿਸ਼ਚਿਤਤਾ ਨਾਲ ਇਹਨਾਂ ਪਰਿਵਰਤਨਾਂ ਦਾ ਵਰਣਨ ਕਰ ਸਕੀਏ। ਉਸ ਨੂੰ ਹੀ ਅਸੀਂ ਸਮਾਜਿਕ ਪਰਿਵਰਤਨ ਕਹਿ ਸਕਦੇ ਹਾਂ। ਇੱਥੇ ਅਸੀਂ ਉਦਾਹਰਨ ਦੇਖ ਸਕਦੇ ਹਾਂ। ਜੇਕਰ ਸਪੋਜ਼ ਕਰੋ ਹੜਤਾਲ ਹੁੰਦੀ ਹੈ, ਕਿਸੇ ਵੀ ਕਿਸਮ ਦੀ ਹੜਤਾਲ ਹੁੰਦੀ ਹੈ, ਹੜਤਾਲ ਹੋਣ ਦੇ ਸਿੱਟੇ ਵਜੋਂ ਹੋਏ ਇਹ ਪਰਿਵਰਤਨ ਫਰਮ ਦੇ ਸੰਗਠਨਾਂ ਦੇ ਸੰਤੁਲਨ ਵਿੱਚ ਪਰਿਵਰਤਨ ਹਨ। ਜੇਕਰ ਲੇਬਰ ਹੜਤਾਲ ਕਰ ਦਿੰਦੀ ਹੈ ਤਾਂ ਜਿਹੜੀ ਫਰਮ ਦੇ ਲੇਬਰ ਨੇ ਹੜਤਾਲ ਕੀਤੀ ਹੈ ਤਾਂ ਉਸਦੀ ਫਰਮ ਦੀ ਸੰਰਚਨਾ ਵਿੱਚ ਪਰਿਵਰਤਨ ਹੋਵੇਗਾ। ਇਸ ਦੀ ਸੰਰਚਨਾ ਵਿੱਚ ਪਰਿਵਰਤਨ ਨਹੀਂ, ਇਸੇ ਕਰਕੇ ਇਸ ਪਰਿਵਰਤਨ ਨੂੰ ਸਮਾਜਿਕ ਪਰਿਵਰਤਨ ਨਹੀਂ ਕਿਹਾ ਜਾ ਸਕਦਾ। ਜੇਕਰ ਹੜਤਾਲ ਹੋਣ ਨਾਲ ਫਰਮ ਦੀ ਸੰਰਚਨਾ ਵਿੱਚ ਪਰਿਵਰਤਨ ਨਹੀਂ ਹੁੰਦਾ ਤਾਂ ਉਸ ਨੂੰ ਅਸੀਂ ਸਮਾਜਿਕ ਪਰਿਵਰਤਨ ਨਹੀਂ ਕਹਿ ਸਕਦੇ। ਪਰ ਜੇਕਰ ਇਹ ਦੱਸਿਆ ਜਾ ਸਕੇ ਕਿ ਹੜਤਾਲ ਹੋਣ ਦੇ ਨਤੀਜੇ ਵਜੋਂ ਫਰਮ ਦੇ ਸੰਗਠਨ ਸੱਤਾ ਦੇ ਅਧਿਕਾਰ ਆਦਿ ਸਭ ਦੇ ਵਿੱਚ ਪਰਿਵਰਤਨ ਹੋਇਆ ਤਾਂ ਉਸ ਨੂੰ ਅਸੀਂ ਸਮਾਜਿਕ ਪਰਿਵਰਤਨ ਕਹਾਂਗੇ। ਜਦੋਂ ਹੜਤਾਲ ਤੋਂ ਬਾਅਦ ਲੇਬਰ ਦੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਨੇ ਉਹ ਮੈਨੇਜਮੈਂਟ ਵੱਲੋਂ ਮੰਨ ਲਈਆਂ ਜਾਂਦੀਆਂ ਨੇ ਤਾਂ ਉਸ ਨੂੰ ਅਸੀਂ ਸਮਾਜਿਕ ਪਰਿਵਰਤਨ ਕਹਾਂਗੇ। ਇਸ ਤਰ੍ਹਾਂ ਸਮਾਜਿਕ ਪਰਿਵਰਤਨ ਸਮਾਜ ਦੀ ਸੰਰਚਨਾ ਤੇ ਕਾਰਜਾਂ ਵਿੱਚ ਪਰਿਵਰਤਨ ਨੂੰ ਕਿਹਾ ਜਾਂਦਾ ਹੈ। ਅਗਲੀ ਵਿਸ਼ੇਸ਼ਤਾ ਹੈ ਸਿਰਜਣਾਤਮਕ ਪਰਿਵਰਤਨ ਦਾ ਵਿਚਾਰ
ਇਹ ਗੱਲ ਪਹਿਲਾਂ ਹੀ ਮੰਨ ਲੈਣਾ ਹੈ ਕਿ ਸਮੇਂ ਵਿਸ਼ੇਸ਼ ਵਿੱਚ ਸਿਰਜਣਾਤਮਕ ਪਰਿਵਰਤਨਾਂ ਦੀ ਪਛਾਣ ਜਾਂ ਸ਼ਨਾਖਤ ਕੀਤੀ ਜਾ ਸਕਦੀ ਹੈ। ਜਿਹੜੇ ਵੀ ਸੰਰਚਨਾ ਦੇ ਵਿੱਚ ਪਰਿਵਰਤਨ ਆਉਂਦੇ ਨੇ ਉਹਨਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਜਦੋਂ ਸਮਾਜਿਕ ਪਰਿਵਰਤਨ ਕਹਿਣ ਲਈ ਸਮੇਂ ਵਿਸ਼ੇਸ਼ ਵਿੱਚ ਦੋ ਜਾਂ ਦੋ ਤੋਂ ਵਧੇਰੇ ਬਿੰਦੂਆਂ ਵਿਚਕਾਰ ਸਮਾਜਿਕ ਸੰਰਚਨਾ ਵਿੱਚ ਹੋਏ ਸਾਰੇ ਰੂਪਾਂਤਰਨ ਅਤੇ ਉਹਨਾਂ ਦੇ ਕ੍ਰਮ ਨੂੰ ਵਰਣਨ ਕਰਨਾ ਸੰਭਵ ਹੋਣਾ ਚਾਹੀਦਾ ਹੈ। ਦੋ ਪੁਆਇੰਟ ਨੇ, ਇੱਕ ਪੁਆਇੰਟ ਇਹ ਹੈ, ਦੂਜਾ ਪੁਆਇੰਟ ਇਹ ਹੈ। ਪਹਿਲੇ ਪੁਆਇੰਟ ਤੇ ਅਸੀਂ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਸੀਗੇ, ਦੂਜੇ ਪੁਆਇੰਟ ਤੇ ਅਸੀਂ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆ। ਤਾਂ ਦੋਨੋਂ ਪੁਆਇੰਟ ਦੇ ਵਿੱਚ ਜਿਹੜਾ ਪਰਿਵਰਤਨ ਹੋ ਰਿਹਾ ਹੈ, ਅੰਤਰ ਹੋ ਰਿਹਾ ਹੈ, ਉਸ ਨੂੰ ਸਮਾਜਿਕ ਪਰਿਵਰਤਨ ਕਿਹਾ ਜਾਂਦਾ ਹੈ। ਪਰ ਸਮਾਜਿਕ ਪਰਿਵਰਤਨ ਦਾ ਸੰਰਚਨਾਤਮਕ ਪਰਿਵਰਤਨ ਹੋਣਾ ਜ਼ਰੂਰੀ ਹੈ। ਸੰਰਚਨਾਤਮਕ ਪਰਿਵਰਤਨ ਕਿਵੇਂ ਹੋਵੇਗਾ? ਜਦੋਂ ਇਸ ਦੀ ਸੰਰਚਨਾ ਦੇ ਵਿੱਚ ਪਰਿਵਰਤਨ ਹੁੰਦਾ ਹੈ। ਇਸ ਤਰ੍ਹਾਂ ਅਸਲ ਵਿੱਚ ਭੂਤਕਾਲ ਦੇ ਵਿਸ਼ੇਸ਼ ਬਿੰਦੂ ਦੇ ਸਤਰੰਭ ਵਿੱਚ ਇਹ ਮੰਨ ਲਓ ਇਹ ਬਿੰਦੂ ਹੈ ਜਿਹੜਾ, ਇਹ ਭੂਤਕਾਲ ਦਾ ਹੈ। ਭੂਤਕਾਲ ਦਾ ਬਿੰਦੂ ਹੈ ਇਹ ਜਿਹੜਾ ਬਿੰਦੂ ਹੈ ਇਹ ਭੂਤਕਾਲ ਦਾ ਹੈ। ਇਹ ਦੂਜਾ ਬਿੰਦੂ ਵਰਤਮਾਨ ਦਾ ਹੈ, ਵਰਤਮਾਨ ਸਮੇਂ ਦਾ ਹੈ। ਭੂਤਕਾਲ ਦੇ ਵਿਸ਼ੇਸ਼ ਸਮੇਂ ਬਿੰਦੂ ਦੇ ਸਤਰੰਭ ਵਿੱਚ ਹੀ ਸਮਾਜਿਕ ਪਰਿਵਰਤਨਾਂ ਨੂੰ ਮਾਪਿਆ ਜਾ ਸਕਦਾ ਹੈ, ਉਹਨਾਂ ਦੇ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ। ਜੇਕਰ ਸਾਨੂੰ ਭੂਤਕਾਲ ਦਾ ਪਤਾ, ਸਾਡੇ ਪਾਸਟ ਦਾ ਪਤਾ ਹੈ, ਤਾਂ ਹੀ ਅਸੀਂ ਪਰਿਵਰਤਨ ਬਾਰੇ ਸਮਝ ਸਕਦੇ ਹਾਂ। ਇਸ ਤਰ੍ਹਾਂ ਇਸ ਸਤਰੰਭ ਬਿੰਦੂ ਦੇ ਆਧਾਰ ਤੇ ਵਿਸ਼ੇਸ਼ ਤੌਰ ਤੇ ਦੱਸਿਆ ਜਾ ਸਕਦਾ ਹੈ ਕਿ ਸਮਾਜ ਵਿਸ਼ੇਸ਼ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਹੋਏ ਨੇ ਇਸ ਸਮੇਂ ਦੌਰਾਨ। ਜਿਹੜੇ ਪਰਿਵਰਤਨ ਹੋਏ ਨੇ ਇਸ ਸਮੇਂ ਦੌਰਾਨ, ਤਾਂ ਅਸੀਂ ਉਸ ਦੇ ਆਧਾਰ ਤੇ ਇਹਨਾਂ ਨੂੰ ਇਹ ਸਮਾਜਿਕ ਪਰਿਵਰਤਨ ਹਨ ਜਾਂ ਨਹੀਂ ਹਨ, ਇਸ ਦੇ ਆਧਾਰ ਤੇ ਹੀ ਅਸੀਂ ਦੇਖਦੇ ਹਾਂ ਕਿਵੇਂ ਭੂਤਕਾਲ ਤੋਂ ਲੈ ਕੇ ਵਰਤਮਾਨ ਤੱਕ ਸਮਾਜ ਦੇ ਵਿੱਚ, ਸਥਿਤੀ ਦੇ ਵਿੱਚ, ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਹੋਏ ਨੇ। ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ, ਸਮਾਜਿਕ ਪਰਿਵਰਤਨ ਦਾ ਅਧਿਐਨ ਕਰਨ ਲਈ ਕਿਸੇ ਨਿਸ਼ਚਿਤ ਖੇਤਰ ਅਤੇ ਸਮੇਂ ਦੇ ਸਤਰੰਭ ਵਿੱਚ ਹੀ ਕੀਤਾ ਜਾ ਸਕਦਾ। ਇਹ ਖੇਤਰ ਛੋਟਾ ਜਾਂ ਵੱਡਾ ਹੋ ਸਕਦਾ ਹੈ। ਹੁਣ ਅਸੀਂ ਭੂਤਕਾਲ ਦੀ ਗੱਲ ਕਰ ਰਹੇ ਹਾਂ, ਵਰਤਮਾਨ ਕਾਲ ਦੀ ਗੱਲ ਕਰ ਰਹੇ ਹਾਂ। ਇਹ ਅਸੀਂ ਕਿਸੇ ਇੱਕ ਪਿੰਡ ਦਾ ਵੀ ਦੇਖ ਸਕਦੇ ਹਾਂ, ਇਹ ਕਿਸੇ ਸ਼ਹਿਰ ਦਾ ਵੀ ਦੇਖ ਸਕਦੇ ਹਾਂ, ਕਿਸੇ ਦੇਸ਼ ਦਾ ਵੀ ਦੇਖ ਸਕਦੇ ਹਾਂ। ਇਸ ਕਰਕੇ ਇਸ ਦਾ ਖੇਤਰ ਵੱਡਾ ਜਾਂ ਛੋਟਾ ਹੋ ਸਕਦਾ ਹੈ। ਇਹ ਤਾਂ ਸੀ ਕਿ ਜਿਹੜੇ ਸਮਾਜਿਕ ਪਰਿਵਰਤਨ ਹੁੰਦੇ ਨੇ ਉਹ ਸੰਰਚਨਾਤਮਕ ਹੁੰਦੇ ਨੇ। ਨੈਕਸਟ ਨੈਕਸਟ ਵਿਸ਼ੇਸ਼ਤਾ ਹੈਗੀ ਹੈ ਸਮਾਜਿਕ ਪਰਿਵਰਤਨ ਦੀ। ਵਾਸਤਵਿਕ ਸੰਰਚਨਾਤਮਕ ਪਰਿਵਰਤਨ ਹੋਣ ਲਈ ਇਹ ਜ਼ਰੂਰੀ ਹੈ ਕਿ ਇਹ ਸਭ ਸਮਾਜਿਕ ਪਰਿਵਰਤਨ ਕੁਝ ਮਾਤਰਾ ਤੱਕ ਸਥਿਰਤਾ ਪ੍ਰਦਰਸ਼ਿਤ ਕਰਨ, ਕੁਝ ਸਟੇਬਲ ਹੋਣ। ਸਮਾਜ ਵਿਸ਼ੇਸ਼ ਦੀ ਸੰਰਚਨਾ ਜਾਂ ਕਾਰਜਾਂ ਵਿੱਚ ਜਿਹੜੇ ਪਰਿਵਰਤਨ ਜਾਂ ਰੂਪਾਂਤਰਨ ਆਉਂਦੇ ਹਨ ਉਹ ਓਪਰੇ, ਅਸਥਿਰ ਜਾਂ ਅਲਪਕਾਲੀ ਨਹੀਂ ਹੋਣੇ ਚਾਹੀਦੇ। ਉਹ ਘੱਟੋ ਘੱਟ ਸਮੇਂ ਦੀ ਲੋੜ ਤੇ ਸਮੇਂ ਦੀ ਲੋੜ ਅਨੁਸਾਰ ਦਿਖਾਈ ਦੇਣੇ ਚਾਹੀਦੇ ਨੇ। ਤਾਂ ਹੀ ਅਸੀਂ ਇਹ ਮੰਨਾਂਗੇ ਕਿ ਜੇ ਇਸ ਸਮੇਂ ਦੀ ਲੋੜ ਸੀ ਤਾਂ ਉਸ ਤਰ੍ਹਾਂ ਦੇ ਸਮਾਜਿਕ ਪਰਿਵਰਤਨ ਹੋਏ ਨੇ। ਜਿਵੇਂ ਹੁਣ ਅਸੀਂ ਐਗਜ਼ਾਮਪਲ ਲੈਂਦੇ ਹਾਂ ਕਿ ਸਾਡੇ ਫਾਰਮਰਸ ਜਿਹੜੇ ਹੈਗੇ ਨੇ, ਕਿਸਾਨ ਜਿਹੜੇ ਹੈਗੇ ਨੇ, ਉਹ ਸਮਾਜ ਦੇ ਵਿੱਚ ਪਰਿਵਰਤਨ ਲੈ ਕੇ ਆਉਣਾ ਚਾਹੁੰਦੇ ਨੇ ਕਿ ਇਸ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਣ ਜਿਸ ਦੇ ਨਾਲ ਧਰਤੀ ਵਿੱਚੋਂ ਪਾਣੀ ਵੀ ਖਤਮ ਨਾ ਹੋਵੇ, ਪਾਣੀ ਵੀ ਖਤਮ ਨਾ ਹੋਵੇ ਤੇ ਲੋਕਾਂ ਨੂੰ MSP
ਮਿਨੀਮਮ ਸਪੋਰਟ ਪ੍ਰਾਈਸ ਵੀ ਉਸ ਫਸਲ ਦਾ ਮਿਲੇ। ਹੁਣ ਇਹ ਜਿਹੜੀ ਇਹ ਇਸ ਤਰ੍ਹਾਂ ਦਾ ਪਰਿਵਰਤਨ ਹੈ ਸਮਾਜ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਮੇਂ ਦੀ ਲੋੜ ਹੈ। ਇਸ ਤਰ੍ਹਾਂ ਦੇ ਪਰਿਵਰਤਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਮਾਜਿਕ ਪਰਿਵਰਤਨ ਕਿਹਾ ਜਾਂਦਾ ਹੈ। ਅਗਲੀ ਜਿਹੜੀ ਵਿਸ਼ੇਸ਼ਤਾ ਹੈ, ਸਮਾਜਿਕ ਪਰਿਵਰਤਨ ਇੱਕ ਸਮਾਜ ਦੇ ਇਤਿਹਾਸ ਦੀ ਦਿਸ਼ਾ ਜਾਂ ਮਾਰਗ ਨੂੰ ਪ੍ਰਭਾਵਿਤ ਕਰਦੇ ਨੇ। ਕਿਸੇ ਵੀ ਸਮਾਜ ਦੀ ਦਿਸ਼ਾ ਜਾਂ ਮਾਰਗ ਨੂੰ ਸਮਾਜਿਕ ਪਰਿਵਰਤਨ ਨੇ ਜਿਹੜੇ ਉਹ ਪ੍ਰਭਾਵਿਤ ਕਰਦੇ ਨੇ। ਕਿਵੇਂ ਪ੍ਰਭਾਵਿਤ ਕਰਦੇ ਨੇ ਇਹ ਅਸੀਂ ਦੇਖਦੇ ਹਾਂ। ਸਮਾਜ ਦੇ ਵਿੱਚ ਸਮਾਜਿਕ ਪਰਿਵਰਤਨ ਜਿਹੜਾ ਹੋ ਰਿਹਾ ਹੈ ਉਸ ਦੀ ਦਿਸ਼ਾ ਨੂੰ ਕਿਵੇਂ ਸਮਾਜਿਕ ਪਰਿਵਰਤਨ ਪ੍ਰਭਾਵਿਤ ਕਰਦੇ ਨੇ। ਸਮਾਜਿਕ ਪਰਿਵਰਤਨ ਦੀਆਂ ਕਥਿਤ 4 ਵਿਸ਼ੇਸ਼ਤਾਵਾਂ ਦੇ ਅਨੁਸਾਰ ਅਸੀਂ ਕਹਿ ਸਕਦੇ ਹਾਂ ਸਮਾਜਿਕ ਪਰਿਵਰਤਨ ਸਮੇਂ ਵਿਸ਼ੇਸ਼ ਸਮਾਜਿਕ ਪਰਿਵਰਤਨ ਸਮਾਜ ਵਿਸ਼ੇਸ਼ ਦੇ ਇਤਿਹਾਸ ਦੀ ਦਸ਼ਾ ਅਤੇ ਮਾਰਗ ਬਦਲ ਦਿੰਦੇ ਨੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਜੇਕਰ ਸਮਾਜ ਵਿਸ਼ੇਸ਼ ਵਿੱਚ ਸਮਾਜਿਕ ਪਰਿਵਰਤਨ ਨਾ ਹੋਵੇ ਤਾਂ ਸਮਾਜ ਵਿਸ਼ੇਸ਼ ਦਾ ਇਤਿਹਾਸ ਵੱਖਰਾ ਹੋਣਾ ਸੀ। ਜੋ ਹੁਣ ਤੱਕ ਪਰਿਵਰਤਨ ਹੋਏ ਨੇ ਜੇ ਇਸ ਤਰ੍ਹਾਂ ਦੇ ਨਾ ਹੁੰਦੇ ਤਾਂ ਸਾਡਾ ਜਿਹੜਾ ਸਮਾਜ ਹੈ ਉਹ ਵੱਖਰਾ ਹੋਣਾ ਸੀ, ਜੇ ਵੱਖਰੀ ਤਰ੍ਹਾਂ ਦੇ ਸਮਾਜਿਕ ਪਰਿਵਰਤਨ ਹੁੰਦੇ। ਵਿਵਹਾਰਿਕ ਤੌਰ ਤੇ ਇਹ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਇਹ ਸਾਬਤ ਕਰਨਾ ਕਿ ਸਮਾਜ ਵਿਸ਼ੇਸ਼ ਦਾ ਰਾਹ ਬਦਲ ਜਾਂਦਾ ਹੈ, ਜੋ ਬਹੁਤ ਮੁਸ਼ਕਿਲ ਹੈ। ਇਸ ਤਰ੍ਹਾਂ ਜੇਕਰ ਅਜਿਹੇ ਪਰਿਵਰਤਨ ਹੋਏ ਹੁੰਦੇ ਜਾਂ ਨਾ ਹੋਏ ਹੁੰਦੇ ਤਾਂ ਸਮਾਜ ਵਿਸ਼ੇਸ਼ ਦਾ ਇਤਿਹਾਸਿਕ ਵਿਕਾਸ ਇਸ ਤਰ੍ਹਾਂ ਦਾ ਹੁੰਦਾ ਜਾਂ ਨਾ ਹੁੰਦਾ। ਦਾ ਪੁਨਰ ਨਿਰਮਾਣ ਜਾਂ ਪੁਨਰ ਉਸਾਰੀ ਦਾ ਕੰਮ ਕਰਨਾ ਆਸਾਨ ਨਹੀਂ ਹੈ, ਅਰਥਾਤ ਬਹੁਤ ਹੀ ਮੁਸ਼ਕਿਲ ਹੈ। ਜੇ ਅਸੀਂ ਕਹੀਏ ਕਿ ਸਮਾਜ ਦੇ ਵਿੱਚ ਜਿਹੜੇ ਪਰਿਵਰਤਨ ਹੋਏ ਨੇ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣੇ ਚਾਹੀਦੇ ਸੀ, ਇਹ ਹੋ ਨਹੀਂ ਸਕਦਾ। ਇਸ ਤਰ੍ਹਾਂ ਸਮਾਜਿਕ ਪਰਿਵਰਤਨ ਨੇ ਜਿਹੜੇ ਉਹ ਇਤਿਹਾਸ ਦੀ ਦਿਸ਼ਾ ਜਾਂ ਮਾਰਗ ਨੂੰ ਪ੍ਰਭਾਵਿਤ ਕਰਦੇ ਹਨ। ਅਗਲੀ ਕਲਾਸ ਦੇ ਵਿੱਚ ਅਸੀਂ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ। ਲੈਕਚਰ ਸਮਝ ਆ ਰਿਹਾ, ਤੁਹਾਡੀ ਹੈਲਪ ਹੋ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਥੈਂਕ ਯੂ।